सत श्री अकाल जी। तुसीं अजीत वैब टीवी देख रहे हो। दोस्तों मैं हाँ स्वर्ण सिंह टैणा ते हर रोज़ की तरह ही अजीत खबरां दा विशेष बुलेटिन लैके हाज़र हाँ। सब तो पहला सुर्खियां ते झात। लुधियाना विच ईरानी गैंग का खतरा, लोकां नूं बचण दी लोड़। मोगा नेड़े छप्पड़ दे विच पलटी कार, 2 औरतां ते बच्ची समेत 4 जणे जख्मी। डॉक्टर्स डे दे उत्ते बोले प्रधानमंत्री, रब दा दूजा रूप कहाउंदे ने डॉक्टर। सिमरनजीत सिंह मान 2 दर्जन साथियां समेत बरगाड़ी तो गिरफ्तार, मुड़ के कीते रहा। ते नाराज़ कांग्रेसी नेतावां दा गुस्सा ठंडा करन दे विच जुटे कैप्टन अमरिंदर सिंह। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਈਰਾਨੀ ਗੈਂਗ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਪੱਤਰਕਾਰਾਂ ਨੂੰ ਜਾਰੀ ਕਰਕੇ ਕਿਹਾ ਗਿਆ ਕਿ ਲੁਧਿਆਣਾ ਵਿੱਚ ਈਰਾਨੀ ਗੈਂਗ ਦੇ ਕੁਝ ਮੈਂਬਰ ਐਕਟਿਵ ਹੋ ਗਏ ਨੇ, ਜਿਨ੍ਹਾਂ ਤੋਂ ਲੋਕਾਂ ਨੂੰ ਬਚਣ ਦੀ ਜ਼ਰੂਰਤ ਹੈ। ਇਹ ਗੈਂਗ ਨਕਲੀ ਪੁਲਿਸ ਅਫਸਰ, CIA ਸਟਾਫ ਜਾਂ ਐਕਸਾਈਜ਼ ਦੇ ਅਫਸਰ ਬਣ ਕੇ ਲੋਕਾਂ ਨਾਲ ਲੁੱਟ-ਖਸੁੱਟ ਕਰਦੇ ਨੇ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਇਹਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਇਹ ਖੁਲਾਸਾ ਕੀਤਾ ਕਿ ਦੇਸ਼ ਭਰ ਦੇ ਵਿੱਚ 700 ਦੇ ਕਰੀਬ ਈਰਾਨੀ ਗੈਂਗ ਦੇ ਮੈਂਬਰ ਨੇ, ਜੋ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਚਲੇ ਜਾਂਦੇ ਨੇ। ਤੇ ਹੁਣ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕਿ ਲੁਧਿਆਣਾ ਵਿੱਚ 25 ਤੋਂ 30 ਇਸ ਗੈਂਗ ਦੇ ਮੈਂਬਰ ਐਕਟਿਵ ਨੇ ਤੇ ਲੋਕਾਂ ਨੂੰ ਸ਼ਿਕਾਰ ਬਣਾ ਸਕਦੇ ਨੇ। ਇੱਕ ਸਰ ਜਿਹੜੇ ਈਰਾਨੀ ਗੈਂਗ ਦੇ ਲੋਕ ਨੇ, ਕਿੱਥੋਂ ਦੇ ਇਹ ਲੋਕ ਨੇ ਤੇ ਕੀ ਇਹਨਾਂ ਦਾ ਕੰਮ ਹੈ? देखो, ईरानी गैंग एक मध्य प्रदेश भोपाल साइड का गैंग है। ਇਹਦੇ ਗੈਂਗ ਮੈਂਬਰਸ ਬੜੇ ਐਕਸਪਰਟ ਹੁੰਦੇ ਹੈ। ਉਹ ਪੁਲਿਸ ਆਫੀਸਰ ਬਣ ਕੇ ਪਬਲਿਕ ਕੋਈ ਜਾ ਰਹੀ ਹੈ, ਉਹਨਾਂ ਨੂੰ ਪਹਿਲਾਂ ਰੈਕੀ ਕਰਦੇ ਹੈ, ਦੇਖਦੇ ਹੈ ਕਿ ਕੋਈ ਬੰਦਾ ਬੈਂਕ ਤੋਂ ਪੈਸੇ ਕਢਾ ਕੇ ਲੌਟ ਰਿਹਾ ਹੈ ਜਾਂ ਬੈਂਕ ਪੈਸੇ ਜਮ੍ਹਾਂ ਕਰਾਉਣ ਲਈ ਜਾ ਰਿਹਾ ਹੈ ਜਾਂ ਕੋਈ ਗੋਲਡ ਖਰੀਦ ਕੇ ਲੌਟ ਰਿਹਾ ਹੈ ਜਾਂ ਕੋਈ ਸੁਨਾਰਿਆ ਆਪਣੇ ਘਰ ਜਾ ਰਿਹਾ ਹੈ ਗੋਲਡ ਲੈ ਕੇ। ਉਸ ਨੂੰ ਐਜ਼ ਏ ਪੁਲਿਸ ਆਫੀਸ਼ੀਅਲ ਬਣ ਕੇ, CIA ਸਟਾਫ ਦਾ ਬਣ ਕੇ ਇਹ ਸਿਵਲ ਕੱਪੜਿਆਂ ਦੇ ਵਿੱਚ ਹੁੰਦੇ ਹੈ, ਇਹ ਰੋਕ ਲੈਂਦੇ ਹੈ। ਇਹ ਕਹਿੰਦੇ ਬਈ ਔਰ ਇਸ ਤਰੀਕੇ ਦੀ ਗੱਲਾਂ ਕਰਦੇ ਕਿ ਪਬਲਿਕ ਨੂੰ ਲੱਗੇ ਕਿ ਇਹ ਪੁਲਿਸ ਦੇ ਹੀ ਆਫੀਸ਼ੀਅਲ ਹਨ, ਪੁਲਿਸ ਦੇ ਮੁਲਾਜ਼ਮ ਹਨ, ਸਿਵਲ ਕੱਪੜਿਆਂ ਦੇ ਵਿੱਚ ਘੁੰਮ ਰਹੇ ਹਨ। ਇਹ ਕਹਿੰਦੇ ਕਿ ਬਈ ਇਹ ਤੁਸੀਂ ਇੰਨਾ ਕੈਸ਼ ਲੈ ਕੇ ਕਿਉਂ ਜਾ ਰਹੇ ਹੋ ਜਾਂ ਇਸ ਤਰੀਕੇ ਦੀ ਇੰਨੀ ਜਵੈਲਰੀ ਲੈ ਕੇ ਕਿਉਂ ਜਾ ਰਹੇ ਹੋ, ਇਹ ਤਾਂ ਕ੍ਰਾਈਮ ਹੈ, ਇਹ ਤੁਸੀਂ ਨੰਬਰ 2 ਦਾ ਕੰਮ ਕਰ ਰਹੇ ਹੋ, ਇਹ ਤਾਂ ਤੁਹਾਡੇ ਤੇ ਉੱਪਰ ਪਰਚਾ ਦਰਜ ਹੋਵੇਗਾ। ਸਰ ਕਿੰਨੇ ਲੋਕਾਂ ਨਾਲ ਅਜੇ ਤੱਕ ਜੋ ਵਾਕਿਆ ਜਿਹੜਾ ਵਾ ਇਹ ਹੋ ਚੁੱਕਾ ਹੈ? ਇਹ ਫਿਰ ਉਹ FIR ਦਾ ਡਰਾਵਾ ਦੇ ਕੇ ਪਬਲਿਕ ਨੂੰ ਫਿਰ ਇਹ ਸਾਈਡ 'ਤੇ ਲੈ ਜਾਂਦੇ ਆ ਕਿਸੇ ਸੁਨਸਾਨ ਜਗ੍ਹਾ 'ਤੇ, ਅਤੇ ਉੱਥੇ ਫਿਰ ਸੈਟਲਮੈਂਟ ਕਰਦੇ ਆ ਕਿ ਬਈ ਤੁਸੀਂ ਇੱਦਾਂ ਕਰੋ, ਜੇ ਤੁਹਾਡੇ ਕੋਲ 20 ਤੋਲੇ ਸੋਨਾ ਹੈ ਅਤੇ 10 ਸਾਨੂੰ ਦੇ ਦਿਓ, 10 ਤੁਸੀਂ ਰੱਖ ਲਿਓ। ਅਤੇ ਸੈਟਲਮੈਂਟ ਕਰਦੇ ਆ। ਕਈ ਵਾਰੀ ਉਸ ਸੋਨੇ ਨੂੰ ਜਾਂ ਪੈਸੇ ਨੂੰ ਖੋ ਵੀ ਲੈਂਦੇ ਆ ਐਂਡ ਦੌੜ ਜਾਂਦੇ ਆ। ਸਰ ਕਿੰਨੇ ਮੈਂਬਰਾਂ ਦਾ ਇਹ ਪੂਰਾ ਗਰੁੱਪ? ਇਹ ਟੋਟਲ ਇਹਦੇ ਮੈਂਬਰਸ, ਇਹ ਪੂਰੇ ਇੰਡੀਆ ਦੇ ਵਿੱਚ ਇਹ ਗੈਂਗ ਫੈਲਿਆ ਹੋਇਆ। ਇਹ ਮੂਵ ਕਰਦਾ ਰਹਿੰਦਾ ਹੈ ਗੈਂਗ। ਜੇ ਹਫਤਾ ਇਹਨਾਂ ਨੇ ਪੰਜਾਬ ਦੇ ਵਿੱਚ ਲਗਾ ਲਿਆ, ਹਫਤਾ ਦਿੱਲੀ, ਹਫਤਾ ਰਾਜਸਥਾਨ, ਇਸ ਤਰੀਕੇ ਨਾਲ ਇਹਦੇ ਟੋਟਲ 600 ਦੇ ਕਰੀਬ ਮੈਂਬਰਸ, ਐਕਟਿਵ ਮੈਂਬਰਸ ਦੀ ਲਿਸਟ ਪੂਰੇ ਇੱਕ ਵਾਰੀ ਇੰਡੀਆ ਦੀ ਸਾਰੀ ਪੁਲਿਸ ਨੇ ਮਿਲ ਕੇ ਬਣਾਈ ਸੀ। 600-700 ਦੇ ਕਰੀਬ ਐਕਟਿਵ ਮੈਂਬਰਸ ਹਨ। ਇਹਨਾਂ ਦੇ ਜਿਹੜੇ ਫਿਲਹਾਲ 25 ਤੋਂ 30 ਮੈਂਬਰਸ ਲੁਧਿਆਣੇ ਆਏ ਹੋਏ ਹਨ, ਜੋ ਕਿ 4-4, 2-2, 4-4 ਦੇ ਗਰੁੱਪ ਦੇ ਵਿੱਚ ਇਹ ਕਈ ਥਾਵਾਂ 'ਤੇ ਖੜ ਜਾਂਦੇ ਆ ਐਂਡ ਉੱਥੇ ਫਿਰ ਇਹ ਸ਼ਿਕਾਰ ਦੀ ਤਲਾਸ਼ ਕਰਦੇ ਰਹਿੰਦੇ ਆ। ਅਤੇ ਇਸ ਕਰਕੇ ਇਹਨਾਂ ਦੀ ਅਸੀਂ ਫੋਟੋਆਂ ਜਾਰੀ ਕੀਤੀਆਂ ਜਿਹੜੇ ਲੁਧਿਆਣੇ ਦੇ ਵਿੱਚ ਆ ਸਕਦੇ ਆ ਜਾਂ ਪਹਿਲੇ ਜਿਹੜੇ ਫੜੇ ਗਏ ਆ। ਪਿਛਲੇ 2 ਸਾਲ ਪਹਿਲਾਂ ਵੀ ਅਸੀਂ ਫੜੇ ਸੀ ਕਾਫੀ ਮੈਂਬਰਸ, ਅਤੇ ਇਹ ਫਿਰ ਜੇ ਬੇਲ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਫਿਰ ਕਾਨੂੰਨ ਦੇ ਹੱਥ ਤੋਂ ਦੂਰ ਹੋ ਜਾਂਦੇ ਆ। ਅਤੇ ਇਸ ਕਰਕੇ ਪਬਲਿਕ ਨੂੰ ਇਹੀ ਅਪੀਲ ਹੈ ਕਿ ਕੋਈ ਵੀ ਬੰਦਾ, ਕੋਈ ਵੀ ਪੁਲਿਸ ਮੁਲਾਜ਼ਮ ਬਣ ਕੇ ਸਿਵਲ ਕੱਪੜਿਆਂ ਦੇ ਵਿੱਚ ਜਾਂ ਕਿਸੇ ਤਰੀਕੇ ਦਾ ਤੁਹਾਨੂੰ ਕੋਈ ਰੋਕਦਾ ਹੈ, ਉਸ ਦੀ ਗੱਲਾਂ ਦੇ ਵਿੱਚ ਨਾ ਆਓ। 112 ਨੰਬਰ 'ਤੇ ਇਮੀਡੀਏਟਲੀ ਕਾਲ ਕਰੋ। ਉੱਥੇ ਵਰਦੀ ਵਾਲੇ ਪੁਲਿਸ ਮੁਲਾਜ਼ਮ ਪਹੁੰਚ ਕੇ ਸਾਰੀ ਚੀਜ਼ਾਂ ਚੈੱਕ ਕਰਨਗੇ, ਤੁਹਾਨੂੰ ਜੋ ਵੀ ਕੁਝ ਹੋਏਗੀ ਸਹਾਇਤਾ ਮੁਹੱਈਆ ਕਰਾਈ ਜਾਵੇਗੀ। ਲੁਧਿਆਣੇ ਦੇ ਵਿੱਚ ਹਜੇ ਤੱਕ ਕੋਈ ਇਹੋ ਜਿਹਾ ਵਾਕਿਆ ਸਾਹਮਣੇ ਆਇਆ ਹੈ? ਇੱਕ ਕੱਲ੍ਹ ਕੋਈ ਇੰਸੀਡੈਂਟ ਆਇਆ ਸੀ ਕਿ ਕੋਈ ਜਵੈਲਰ ਸੀ, ਆਪਣੇ ਥੋੜ੍ਹੀ ਬਹੁਤੀ ਜਵੈਲਰੀ ਲੈ ਕੇ ਜਾ ਰਿਹਾ ਸੀ ਅਤੇ ਉਸਨੂੰ 2 ਬੰਦੇ ਮੋਟਰਸਾਈਕਲ 'ਤੇ ਆਏ ਅਤੇ ਉਹਨਾਂ ਨੇ ਐਜ਼ ਏ ਪੁਲਿਸ ਆਫੀਸ਼ੀਅਲ ਉਸਨੂੰ ਰੋਕ ਲਿਆ ਕਿ ਤੁਸੀਂ ਇਹ ਸਾਮਾਨ ਨੰਬਰ 2 ਦਾ ਬਿਨਾਂ ਟੈਕਸ ਦੇ ਕਿੱਥੇ ਲੈ ਕੇ ਜਾ ਰਹੇ ਹੋ। ਐਂਡ ਉਹ ਘਬਰਾ ਗਿਆ ਐਂਡ ਉਸ ਤੋਂ ਬਾਅਦ ਉਹ ਵੈਰੀਫਿਕੇਸ਼ਨ ਲਈ ਕਹਿੰਦੇ ਕਿ ਚਲੋ ਥਾਣੇ ਚਲੋ, ਵੈਰੀਫਿਕੇਸ਼ਨ ਕਰਨੀ ਹੈ। ਐਂਡ ਉਹ ਸਾਮਾਨ ਉਹਨਾਂ ਨੇ ਰੱਖ ਲਿਆ, ਕਿਹਾ ਕਿ ਤੁਸੀਂ ਸਾਡੇ ਮਗਰ ਮੋਟਰਸਾਈਕਲ ਲਗਾ ਰਹੇ ਹੋ, ਐਂਡ ਉਹ ਫਿਰ ਉਸਨੂੰ ਚਕਮਾ ਦੇ ਕੇ ਰਸਤੇ ਦੇ ਵਿੱਚ ਦੌੜ ਗਏ। ਉਹ ਸਰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹੀ ਹੈ ਕਿ ਕੋਈ ਵੀ ਇਹ ਜਿਹੜਾ ਗੈਂਗ ਹੈ ਇਸਨੂੰ ਅਸੀਂ ਜਲਦੀ ਹੀ ਫੜ ਲੈਣਾ ਹੈ। ਈਰਾਨੀ ਗੈਂਗ ਇਹਦਾ ਨਾਂ ਹੈ ਐਂਡ ਇਹਦੇ ਜਿਹੜੇ ਮੈਂਬਰਸ ਹਨ ਉਹ ਪੁਲਿਸ ਆਫੀਸ਼ੀਅਲ ਬਣ ਕੇ ਲੋਕਾਂ ਨੂੰ ਠੱਗੀ ਮਾਰਨ ਦੀ ਕੋਸ਼ਿਸ਼ ਕਰਦੇ ਆ। ਇਸ ਤਰੀਕੇ ਦੇ ਨੌਸਰਬਾਜ਼ਾਂ ਤੋਂ ਸਾਵਧਾਨ ਰਿਹਾ ਜਾਵੇ। ਐਂਡ ਇਹ ਪਹਿਲਾਂ ਵੀ ਅਸੀਂ ਫੜੇ ਸੀ ਐਂਡ ਜੇ ਆਪਾਂ ਥੋੜ੍ਹੀ ਜਿਹੀ ਸਾਵਧਾਨੀ ਰੱਖਾਂਗੇ ਇਹਨਾਂ ਨੂੰ ਮੌਕੇ 'ਤੇ ਹੀ ਆਪਾਂ ਫੜ ਸਕਦੇ ਹਾਂ। ਜੇ ਕੋਈ ਕਿਸੇ ਤਰੀਕੇ ਦੀ ਪ੍ਰੋਬਲਮ ਉਹਨਾਂ ਨੂੰ ਆਵੇ 112 ਨੰਬਰ 'ਤੇ ਪੁਲਿਸ ਨੂੰ ਕਾਲ ਕਰ ਸਕਦੇ ਹਾਂ।
ਮੋਗਾ ਨੇੜੇ ਧਰਮਕੋਟ ਜਲੰਧਰ ਕੌਮੀ ਸ਼ਾਹ ਮਾਰਗ ਉੱਤੇ ਪਿੰਡ ਜਲਾਲਾਬਾਦ ਪੂਰਬੀ ਵਿਖੇ ਦੋ ਕਾਰਾਂ ਦੀ ਟੱਕਰ ਤੋਂ ਬਾਅਦ ਇੱਕ ਕਾਰ ਸੜਕ ਕਿਨਾਰੇ ਛੱਪੜ ਦੇ ਵਿੱਚ ਜਾ ਕੇ ਪਲਟ ਗਈ। ਇਸ ਕਾਰ ਦੇ ਵਿੱਚ ਸਵਾਰ ਦੋ ਸਕੀਆਂ ਭੈਣਾਂ ਤੇ ਬੱਚੀ ਦੀ ਮੌਤ ਹੋ ਗਈ ਤੇ ਕਾਰ ਦੇ ਵਿੱਚ ਸਵਾਰ 3 ਹੋਰ ਲੋਕ ਜ਼ਖਮੀ ਹੋ ਗਏ। ਪੀੜਤ ਪਰਿਵਾਰ ਜ਼ੀਰਾ ਤੇ ਮੁਕਤਸਰ ਦਾ ਦੱਸਿਆ ਜਾ ਰਿਹਾ। ਇਹ ਆਪਸ ਦੇ ਵਿੱਚ ਰਿਸ਼ਤੇਦਾਰ ਦੱਸੇ ਜਾ ਰਹੇ ਨੇ। ਇਹ ਹਾਦਸਾ ਅੱਜ ਸਵੇਰੇ ਕਰੀਬ 4 ਵਜੇ ਵਾਪਰਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਕਾਰ ਦੇ ਵਿੱਚ ਸਵਾਰ 6 ਲੋਕਾਂ ਦੇ ਵਿੱਚੋਂ 2 ਸਕੀਆਂ ਭੈਣਾਂ ਪਿੰਕੀ ਬਾਲਾ ਤੇ ਉਸ ਦੀ 3 ਸਾਲ ਦੀ ਧੀ ਵਾਸੀ ਮੁਕਤਸਰ ਤੇ ਅੰਜਲੀ ਵਾਸੀ ਜੀਰਾ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਦੂਜੀ ਕਾਰ ਦੇ ਵਿੱਚ ਸਵਾਰ ਲੋਕ ਕਾਰ ਛੱਡ ਕੇ ਫਰਾਰ ਹੋ ਗਏ। ਹੋਇਆ ਮੋਗਾ ਦੇ ਨੇੜੇ ਕੀ ਹਾਦਸਾ ਹੋਇਆ ਤੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਜੀ? ਸਾਡੇ ਕੋਲ ਮਾਰਨਿੰਗ ਦੇ ਵਿੱਚ ਕੇਸ ਆਇਆ ਹੈ ਕਿ ਪਹਿਲਾਂ ਐਕਸੀਡੈਂਟ ਹੋਇਆ ਸੀ ਗੱਡੀ ਦਾ ਤੇ ਫਿਰ ਉਹ ਗੱਡੀ ਛੱਪੜ ਦੇ ਵਿੱਚ ਗਿਰ ਗਈ ਹੈ ਤੇ ਸਾਡੇ ਕੋਲ 7 ਕੇਸ ਆਏ ਨੇ ਜੀ ਟੋਟਲ, ਜਿਨ੍ਹਾਂ ਵਿੱਚੋਂ 2 ਬ੍ਰੌਡ ਡੈਡ ਸੀ, ਇੱਕ ਇੱਥੇ ਐਕਸਪਾਇਰ ਹੋਇਆ ਤੇ 3 ਨੂੰ ਅਸੀਂ ਰੈਫਰ ਕਰ ਦਿੱਤਾ। ਇੱਕ ਪੇਸ਼ੈਂਟ ਬਿਲਕੁਲ ਠੀਕ ਸੀ ਜੋ ਉਹਨਾਂ ਦੇ ਨਾਲ ਚਲਾ ਗਿਆ ਜੀ। ਟੋਟਲ 3 ਡੈਥਸ ਨੇ। ਡਾਕਟਰਸ ਡੇ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਭਰ ਦੇ ਡਾਕਟਰਾਂ ਨੂੰ ਸੰਬੋਧਨ ਕੀਤਾ ਤੇ ਹੱਲਾਸ਼ੇਰੀ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਦੌਰਾਨ ਸਾਡੇ ਡਾਕਟਰਾਂ ਨੇ ਜਿਸ ਤਰ੍ਹਾਂ ਨਾਲ ਦੇਸ਼ ਦੀ ਸੇਵਾ ਕੀਤੀ ਉਹ ਆਪਣੇ ਆਪ ਦੇ ਵਿੱਚ ਇੱਕ ਪ੍ਰੇਰਨਾ। ਮੈਂ 130 ਕਰੋੜ ਭਾਰਤੀਆਂ ਵੱਲੋਂ ਸਾਰੇ ਡਾਕਟਰਾਂ ਦਾ ਧੰਨਵਾਦ ਕਰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਕੋਵਿਡ ਦੇ ਖਿਲਾਫ ਇੱਕ ਵੱਡੀ ਲੜਾਈ ਲੜ ਰਿਹਾ, ਡਾਕਟਰਾਂ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਕਈ ਡਾਕਟਰਾਂ ਨੇ ਆਪਣੀਆਂ ਅਥੱਕ ਕੋਸ਼ਿਸ਼ਾਂ ਵਿੱਚ ਆਪਣਾ ਬਲੀਦਾਨ ਵੀ ਦਿੱਤਾ। ਮੈਂ ਉਹਨਾਂ ਸਾਰੀਆਂ ਆਤਮਾਵਾਂ ਨੂੰ ਸ਼ਰਧਾਂਜਲੀ ਭੇਟ ਕਰਦਾ। ਉਹਨਾਂ ਨੇ ਡਾਕਟਰਾਂ ਨੂੰ ਈਸ਼ਵਰ ਦਾ ਦਰਜਾ ਵੀ ਦਿੱਤਾ ਹੈ। आप सभी को नेशनल डॉक्टर्स डे की अनेक अनेक शुभकामनाएं। डॉक्टर बीसी रॉय जी की स्मृति में मनाया जाने वाला ये दिन हमारे डॉक्टर्स के, हमारी मेडिकल फ्रेटर्निटी के उच्चतम आदर्शों का प्रतीक है। खास तौर पर पिछले 1.5 साल में हमारे डॉक्टर्स ने जिस तरह देशवासियों की सेवा की है वो अपने आप में एक मिसाल है। मैं 130 करोड़ देशवासियों की ओर से देश के सभी डॉक्टर्स को धन्यवाद देता हूं, आभार प्रकट करता हूं। साथियों, आज जब देश कोरोना से इतनी बड़ी जंग लड़ रहा है तो डॉक्टर्स ने दिन रात मेहनत करके लाखों लोगों का जीवन बचाया है। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੇ ਕਰੀਬ 2 ਦਰਜਨ ਸਾਥੀਆਂ ਨੂੰ ਅੱਜ ਉਪ ਮੰਡਲ ਜੈਤੋ ਦੇ ਪਿੰਡ ਬਰਗਾੜੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮਾਨ ਨੇ 1 ਜੂਨ ਨੂੰ ਪਿੰਡ ਬਰਗਾੜੀ ਵਿਖੇ ਇੱਕ ਜਨਤਕ ਇਕੱਠ ਦੌਰਾਨ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜਾਂ ਤਾਂ ਉਹ 30 ਜੂਨ ਤੱਕ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ, ਨਹੀਂ ਤਾਂ 1 ਜੁਲਾਈ ਤੋਂ ਮੁੜ ਬਰਗਾੜੀ ਮੋਰਚਾ ਸ਼ੁਰੂ ਹੋਵੇਗਾ। ਇਸ ਸੰਦਰਭ ਦੇ ਵਿੱਚ ਅੱਜ ਉਹ ਆਪਣੇ ਸਾਥੀਆਂ ਸਮੇਤ ਪੁਰਾਣੇ ਮੋਰਚੇ ਵਾਲੀ ਥਾਂ ਦਾਣਾ ਮੰਡੀ ਵਿੱਚ ਪਹੁੰਚੇ ਤੇ ਧਰਨਾ ਸ਼ੁਰੂ ਕਰ ਦਿੱਤਾ। ਬਾਅਦ ਦੁਪਹਿਰ ਪੁਲਿਸ ਨੇ ਕਾਰਵਾਈ ਕਰਦਿਆਂ ਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਵਿਅਕਤੀਆਂ ਦੇ ਵਿੱਚ ਜਸਕਰਨ ਸਿੰਘ, ਕਾਹਨ ਸਿੰਘ ਵਾਲਾ, ਮਹਿੰਦਰ ਸਿੰਘ ਸਮੇਤ ਕਈ ਸੀਨੀਅਰ ਆਗੂ ਸ਼ਾਮਲ ਸਨ। ਉਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫਰੀਦਕੋਟ ਲਿਜਾਇਆ ਗਿਆ। ਉੱਥੇ ਸ਼ਾਮ ਨੂੰ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਅੱਜ ਦਾ ਤੁਹਾਡਾ ਕੀ ਹੈਗਾ ਟੀਚਾ ਅੱਜ ਦਾ? ਮੈਂ ਸਾਰੀ ਰਮਾਇਣ ਸੁਣਾਤੀ ਹੈ। ਹੁਣ ਤੁਸੀਂ ਪੁੱਛਦੇ ਹੋ ਸੀ ਸਰ ਇਹ ਨਹੀਂ ਤੁਸੀਂ ਕਿਹਾ ਸੀ ਕਿ 1 ਤਰੀਕ ਨੂੰ ਜੋ ਮਰਜ਼ੀ ਹੋ ਅਸੀਂ ਧਰਨੇ ਤੇ ਬੈਠਾਂਗੇ। ਇਹ ਤਾਂ ਹੈਗੀ ਹੈ ਧਰਨੇ ਤੇ ਤੁਹਾਡਾ ਜਾਰੀ ਰਹੇਗਾ ਕਿ ਕਿਵੇਂ ਚੱਲੇਗਾ? ਹੁਣ ਲੱਗਿਆ ਤਾਂ ਹੋਇਆ ਇਹ ਉਦੋਂ ਹੀ ਉੱਠੂਗਾ ਜਦੋਂ ਸਾਨੂੰ ਫੈਸਲਾ ਹੋਊਗਾ। ਜਿਹੜੇ ਸਾਡੇ ਨਾਲ ਪ੍ਰਣ ਕੀਤੇ ਗਏ ਹੈ ਇਹ ਸਭ ਕੱਲਾ ਸਿਮਰਜੀਤ ਸਿੰਘ ਮਾਨ ਵੱਲੋਂ ਧਰਨਾ ਜਾਰੀ ਹੋਊਗਾ ਤੇ ਹੋਰ ਵੀ ਸਿੱਖ ਜਥੇਬੰਦੀਆਂ ਵੱਲੋਂ ਕੋਈ ਹੋਊਗਾ ਜੀ? ਤੁਹਾਡੇ ਵਰਗਾ ਹਿੰਦੂ ਵੀ ਮੇਰੇ ਨਾਲ ਹੀ ਚੱਲੂਗਾ। ਨਹੀਂ, ਅਸੀਂ ਤਾਂ ਸਿੱਖ ਹੀ ਹਾਂ ਜੀ। ਚਲੋ ਅੱਧ ਪਚੱਦੇ ਉਹ ਵੀ ਨਾਲ ਨਹੀਂ ਮੇਰੇ। ਕਿ ਸਾਰੇ ਜਾਣੇ ਕਿ ਰਲ ਕੇ ਤੁਹਾਡੇ ਵੱਲੋਂ ਜਿਹੜਾ ਸੰਘਰਸ਼ ਵਿੱਢਿਆ ਜਾਊਗਾ। ਤੇ ਸਰ ਜਿਹੜੇ ਐਸਆਈਟੀ ਵੱਲੋਂ ਲਿਖਿਆ ਗਿਆ ਹੈ, ਜਿਹੜੇ ਐਸਆਈਟੀ ਦੀ ਕਾਰਵਾਈ ਨੂੰ ਵੇਖੀਏ ਕਿ ਕੱਲ ਨੂੰ ਵੀ ਜਿਹੜੇ ਕੁਝ ਸਿੱਖ ਆਗੂਆਂ ਨੂੰ ਜਿਹੜਾ ਉੱਥੇ ਬੁਲਾਇਆ ਗਿਆ, ਸਾਹਮਣੇ ਕੀਤੀ ਗਈ ਹੈ, ਕਿ ਲੱਗਦਾ ਕਿ ਹੁਣ ਜਿਹੜਾ ਉਹ ਇਨਸਾਫ ਦੇ ਪਾਸੇ ਹੈਗੀ ਆ? ਕਿਉਂਕਿ ਸਰਕਾਰ ਨੇ ਜੋ ਵਾਅਦਾ ਕੀਤਾ ਸੀਗਾ ਉਸ ਦੇ ਵਿੱਚ ਸਰਕਾਰ ਦੇ ਵੀ ਸਿਰਫ 6 ਮਹੀਨੇ ਰਹਿ ਚੁੱਕੇ ਨੇ। ਚਲੋ ਜੇ ਵਾਅਦਾ ਇਹ ਪੂਰਨ ਕਰ ਦੇਣਗੇ ਫਿਰ ਅਸੀਂ ਉੱਠ ਪਾਵਾਂਗੇ ਕਿ ਬਾਦਲ ਸਾਹਿਬ ਨੂੰ, ਸੁਖਬੀਰ ਸਿੰਘ ਨੂੰ ਤੇ ਸਮੇਤ ਸਿੰਘ ਨੂੰ ਗ੍ਰਿਫਤਾਰ ਕਰਨ, ਚਲਾਨ ਅਦਾਲਤ ਦੇ ਵਿੱਚ ਦੇਣ ਤੇ ਅਸੀਂ ਉੱਠ ਪਈਏ। ਪਰ ਸਰ ਬਾਦਲ ਦਲ ਦਾ ਕਹਿਣਾ ਹੈ ਕਿ ਉਹਨਾਂ ਕੇ ਸਰਵ ਤੇ ਰਾਜਨੀਤੀ ਹੋ ਰਹੀ ਹੈ ਕਿ ਇਹਦਾ ਸਪਸ਼ਟ ਜੋ ਦੋਸ਼ੀ ਨੇ
ਉਹਨਾਂ ਨੂੰ ਉਹ ਅਸੀਂ ਵੀ ਰਹਿੰਦੇ ਉਹ ਕਹਿੰਦੇ ਆ ਵੀ ਉਹਨਾਂ ਦਾ ਕੱਖ ਨਾ ਰਵੇ, ਜੋ ਦੁੱਧ ਹੋਣਾ ਚਾਹੀਦਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਰਾਜ਼ ਕਾਂਗਰਸੀ ਨੇਤਾਵਾਂ ਦਾ ਗੁੱਸਾ ਠੰਡਾ ਕਰਨ ਦੇ ਵਿੱਚ ਅੱਜ ਕੱਲ੍ਹ ਲੱਗੇ ਹੋਏ ਨੇ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਨੂੰ ਦੁਪਹਿਰ ਦੇ ਖਾਣੇ ਉੱਤੇ ਅੱਜ ਬੁਲਾਇਆ ਸੀ, ਜਿਸ ਤੋਂ ਬਾਅਦ ਬਹੁਤੇ ਕਾਂਗਰਸੀ ਨੇਤਾਵਾਂ ਦਾ ਕਹਿਣਾ ਕਿ 4 ਵਰ੍ਹਿਆਂ ਮਗਰੋਂ ਮੁੱਖ ਮੰਤਰੀ ਨੇ ਹੁਣ ਆਪਣੇ ਦਰਵਾਜ਼ੇ ਉਹਨਾਂ ਵਾਸਤੇ ਖੋਲ੍ਹੇ ਨੇ। ਕੈਪਟਨ ਵੱਲੋਂ ਰੱਖੇ ਗਏ ਲੰਚ ਦੇ ਵਿੱਚ ਅੱਜ 16 ਮੰਤਰੀਆਂ ਦੇ ਵਿੱਚੋਂ ਸਿਰਫ 6 ਮੰਤਰੀ ਹੀ ਸ਼ਾਮਲ ਹੋਏ। ਮਿਲੀ ਜਾਣਕਾਰੀ ਮੁਤਾਬਕ ਇਹਨਾਂ ਮੰਤਰੀਆਂ ਦੇ ਵਿੱਚੋਂ ਰਾਣਾ ਗੁਰਮੀਤ ਸੋਢੀ, ਵਿਜੇ ਇੰਦਰ ਸਿੰਗਲਾ, ਓਪੀ ਸੋਨੀ, ਭਾਰਤ ਭੂਸ਼ਣ ਆਸ਼ੂ, ਸੁੰਦਰ ਸ਼ਾਮ ਅਰੋੜਾ ਤੇ ਬ੍ਰਹਮ ਮਹਿੰਦਰ ਸ਼ਾਮਲ ਨੇ। ਸੰਸਦ ਮੈਂਬਰ ਮਨੀਸ਼ ਤਿਵਾੜੀ ਵੀ ਇਸ ਦੌਰਾਨ ਪਹੁੰਚੇ ਸਨ। ਕਿਹਾ ਜਾ ਰਿਹਾ ਕਿ ਕੈਪਟਨ ਨੇ ਕਾਂਗਰਸੀ ਨੇਤਾਵਾਂ ਨੂੰ ਸ਼ਾਂਤ ਕਰਨ ਤੇ ਹੋਰ ਵਿਚਾਰ ਵਟਾਂਦਰੇ ਕਰਨ ਵਾਸਤੇ ਇਹ ਲੰਚ ਡਿਪਲੋਮੈਸੀ ਸ਼ੁਰੂ ਕੀਤੀ ਹੈ। ਜਿਹੜੀ ਆ 2022 ਦੀਆਂ ਚੋਣਾਂ ਨੂੰ ਲੈ ਕੇ ਜਿਹੜੀ ਲੀਡਰ ਸਾਹਿਬਾਨ ਦੇ ਆ ਉਹਨਾਂ ਦੇ ਨਾਲ ਮੀਟਿੰਗ ਹੋਈ ਹੈ ਔਰ ਜਿੰਨੇ ਵੀ ਕੰਮ ਹੋ ਰਹੇ ਉਹਨਾਂ ਬਾਰੇ ਰਿਵਿਊ ਹੋਇਆ ਆ। ਲੰਚ ਡਿਪਲੋਮੈਸੀ ਵਿਧਾਨ ਸਭਾ 2022 ਦੇ ਵਿੱਚ ਕਿੰਨਾ ਕੰਮ ਲਿਆਏਗੀ ਲੰਚ ਡਿਪਲੋਮੈਸੀ? ਨਾ ਹੁਣ ਤੁਸੀਂ ਮੈਨੂੰ ਦੱਸੋ ਨਾ, ਜੇ ਕੋਈ ਆਇਆ ਤੇ ਲੰਚ ਤੇ ਕਰੇਗਾ ਨਾ। ਦੂਰਾਂ ਦੂਰਾਂ ਤੋਂ ਬੰਦੇ ਆਏ, ਜੇ ਹੁਣ ਲੰਚ ਵੀ ਖਵਾ ਕੇ ਨਹੀਂ ਭੇਜਣਗੇ ਆਖਾਂਗੇ ਵੀ ਲੰਚ ਨਹੀਂ ਹੋਇਆ। ਨਹੀਂ ਰੂਟੀਨ 'ਚ ਪਹਿਲਾਂ ਵੀ ਹੋਏ ਆ ਲੰਚ, ਆਇਆ ਇਹ ਹੁਣ ਪਹਿਲਾਂ ਨਹੀਂ ਹੋਇਆ, ਪਹਿਲਾਂ ਵੀ ਲੰਚ ਹੋਏ ਨੇ ਔਰ ਹਮੇਸ਼ਾ ਹੀ ਚੱਲਦੇ ਰਹੇ ਨੇ। ਔਰ ਜਦੋਂ ਵੀ ਕੋਈ ਇੱਥੇ ਆਵੇ ਆਪਣਾ ਇੱਕ ਵੈਸੇ ਫਰਜ਼ ਬਣਦਾ ਪਰਾਉਣਾ ਚਾਹੀਦਾ। ਹਿੰਦੂ ਲੀਡਰ ਆਏ ਸੀਗੇ, ਹਿੰਦੂ ਲੀਡਰਾਂ ਨੂੰ ਬੁਲਾਉਣ ਦਾ ਕੀ ਮਕਸਦ ਸੀਗਾ ਜੀ? ਨਹੀਂ ਕੁਦਰਤੀ ਗੱਲ ਹੈ। ਹੁਣ ਜੇ ਵੇਖੋ ਇੱਕੇ ਵਾਰੀ ਸਾਰੇ ਲੀਡਰ ਨਹੀਂ ਇਕੱਠੇ ਹੋ ਸਕਦੇ। ਅਜੇ ਵੀ ਹਿੰਦੂ ਲੀਡਰ ਬਹੁਤ ਨੇ ਜਿਹੜੇ ਨਹੀਂ ਆਏ, ਉਹ ਸਾਰੇ ਆ ਰਹੇ ਨੇ ਹੌਲੀ ਹੌਲੀ, ਕਿਉਂਕਿ 25 30 ਕੋਈ ਹਿੰਦੂ ਨਹੀਂ, ਇਹ ਤੇ ਇੱਕ ਪਾਰਟੀ ਦੇ ਲੀਡਰ ਆਏ ਨੇ। ਆਪਾਂ ਹਿੰਦੂ ਨਹੀਂ ਇਕੱਲੇ ਕਹਿ ਸਕਦੇ, ਪਾਰਟੀ ਦੇ ਲੀਡਰ ਆਏ ਨੇ। ਅੱਜ ਪਹੁੰਚੇ ਤਾਂ ਮਨਾ ਲਿੱਤਾ ਗਿਆ, ਹੁਣ ਕਾਂਗਰਸੀ ਰਹਿਣਗੇ। ਉਹ ਹੈ ਹੀ ਕਾਂਗਰਸੀ, ਕਿਤੇ ਉਹਨਾਂ ਜਾਣਾ ਹੀ ਨਹੀਂ ਸੀ। ਅਕਾਲੀ ਦਲ ਦੇ ਵਿੱਚ ਜਾਣ ਦੀਆਂ ਤਿਆਰੀਆਂ ਸੀ। ਨਹੀਂ ਉਹ ਐਵੇਂ ਅਫਵਾਹਾਂ ਸੀ। ਅਕਾਲੀ ਦਲ ਇਹੋ ਜਿਹੀਆਂ ਅਫਵਾਹਾਂ ਫੈਲਾਉਂਦਾ, ਉਹ ਆਪਣੇ ਨੂੰ ਮਨਾ ਲਏ ਇੰਨਾ ਬਹੁਤ ਹੈ। ਜਿਹੜੇ ਉਹਦੇ ਗਏ ਨੇ ਉਹਨਾਂ ਨੂੰ ਵਾਪਸ ਲੈ ਲਿਓ ਦੂਸਰੇ ਚੁਣਨਾ। ਡਿਵੈਲਪਮੈਂਟ ਬਾਰੇ ਪੁੱਛਿਆ ਗਿਆ, ਉਹ ਸੀਐਮ ਸਾਹਿਬ ਨੇ ਸਾਰਿਆਂ ਨੂੰ ਸੁਣਿਆ। ਸੋ ਡਿਵੈਲਪਮੈਂਟ ਵਾਸਤੇ ਅੱਜ ਦੀ ਇਹ ਮੀਟਿੰਗ ਸੀ। ਅਰਬਨ ਏਰੀਆ ਸਿੱਧੂ ਦੀ ਕੋਈ ਗੱਲ ਹੋਈ ਹੈ? ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਅੱਜ ਸਿਰਫ ਡਿਵੈਲਪਮੈਂਟ ਦੀ ਗੱਲ ਹੋਈ ਆ। ਅਰਬਨ ਏਰੀਆ ਦੀਆਂ ਜਿਹੜੀਆਂ ਮੁਸ਼ਕਲਾਂ ਸੀ ਉਹਦੇ ਬਾਰੇ ਡਿਸਕਸ਼ਨ ਹੋਈ ਆ। ਸਾਰਿਆਂ ਨੇ ਆਪਣੇ ਸ਼ਹਿਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਦੱਸੀਆਂ ਨੇ। ਸੋ ਜਲਦੀ ਜਿਹੜਾ ਵੈਸੇ ਤੇ 80% ਡਿਵੈਲਪਮੈਂਟ ਦੇ ਕੰਮ ਜਿਹੜੇ ਨੇ ਉਹ 4.5 ਸਾਲਾਂ 'ਚ ਹੋ ਗਏ। ਬਾਕੀ ਜਿਹੜੇ ਕੋਈ ਕੰਮ ਡਿਵੈਲਪਮੈਂਟ ਦੇ ਰਹਿੰਦੇ ਨੇ ਉਹ ਸਾਰੇ ਨੇ ਆਪੋ ਆਪਣੀਆਂ ਮੁਸ਼ਕਲਾਂ ਦੱਸੀਆਂ ਸੀਐਮ ਸਾਹਿਬ ਨੂੰ। ਸੋ ਸੀਐਮ ਸਾਹਿਬ ਨੇ ਬੜੇ ਧਿਆਨ ਨਾਲ ਸੁਣਿਆ। ਸੋ ਸਾਰੀਆਂ ਮੁਸ਼ਕਲਾਂ ਇਲੈਕਸ਼ਨ ਤੋਂ ਪਹਿਲੋਂ ਹੱਲ ਹੋਣਗੀਆਂ। ਲੋਕਾਂ ਨੇ ਸੁਜੈਸ਼ਨਾਂ ਦਿੱਤੀਆਂ ਮਨਪ੍ਰੀਤ ਬਾਦਲ ਨੂੰ ਤੇ ਬ੍ਰਹਮ ਮਹਿੰਦਰਾ ਜੀ ਨੂੰ। ਮੁੱਖ ਮੰਤਰੀ ਜੀ ਨੇ ਮੌਕੇ ਤੇ ਆਦੇਸ਼ ਜਾਰੀ ਕਰ ਦਿੱਤੇ ਕਿ ਇਹ ਸਾਰੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਜਾਵੇ। ਨਾ ਕਿਸੇ ਵੀ ਸਿਆਸੀ ਮਾਮਲੇ ਦੇ ਅੰਦਰ ਹੋਰ ਕੋਈ ਗੱਲ ਨਹੀਂ ਹੋਈ ਸਿਵਾਏ ਅਰਬਨ ਲੋਕਾਂ ਦੀਆਂ ਮੁਸ਼ਕਲਾਂ ਤੋਂ ਇਲਾਵਾ ਕੋਈ ਗੱਲ ਨਹੀਂ ਹੋਈ। ਸੀਐਮ ਸਾਹਿਬ ਵੀ ਜਾ ਰਹੇ, ਦਿੱਲੀ ਜਾ ਰਹੇ ਨੇ ਤੇ ਕੱਟ ਜਿਹੜੇ ਨੇ 7-7 8-8 ਘੰਟੇ ਲੱਗ ਰਹੇ ਨੇ। ਬੜਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਅਕਾਲੀ ਦਲ ਵੱਲੋਂ ਵੀ ਜਿਹੜਾ ਵਿਰੋਧ ਪ੍ਰਦਰਸ਼ਨ ਦਾ ਉਹ ਕੀਤਾ ਹੈ। ਬਈ ਦੇਖੋ ਗੱਲ ਸੁਣੋ। ਜਦੋਂ ਵੀ ਫਸਲ ਦੀ ਬਿਜਾਈ ਦਾ ਟਾਈਮ ਆਉਂਦਾ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਬਿਜਲੀ ਦੀ ਡਿਮਾਂਡ ਵੱਧਦੀ ਹੈ ਔਰ ਉਹਦੇ ਕਰਕੇ ਥੋੜੀ ਸਾਨੂੰ ਪਰੇਸ਼ਾਨੀ ਕੁਝ ਦਿਨ ਕਈ ਵਾਰੀ ਝੱਲਣੀ ਪੈਂਦੀ ਹੈ। ਲੇਕਿਨ ਉਹਨਾਂ ਦੇ ਵਾਸਤੇ ਮੁੱਖ ਮੰਤਰੀ ਜੀ ਨੇ ਕਹਿਤਾ ਕਿ ਹੋਰ ਇਹਨਾਂ ਵਾਸਤੇ ਜਿੰਨੀ ਬਿਜਲੀ ਖਰੀਦਣੀ ਪੈਂਦੀ ਹੈ ਹੋਰ ਖਰੀਦ ਲਓ ਔਰ ਤਾਂ ਕਿ ਮੁਸ਼ਕਲਾਂ ਨਾ ਆਉਣ ਲੋਕਾਂ ਨੂੰ। ਕੈਪਟਨ ਅਮਰਿੰਦਰ ਸਿੰਘ। ਪੰਜਾਬ ਦੇ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਲਕੇ ਪੰਜਾਬ ਦੇ ਵਿੱਚ ਬਿਜਲੀ ਘਰਾਂ ਦੇ ਸਾਹਮਣੇ ਧਰਨੇ ਦੇਵੇਗਾ। ਇਸ ਗੱਲ ਦੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ। ਇੱਕ ਪਾਸੇ ਝੋਨੇ ਲਈ ਕਿਸਾਨਾਂ ਨੂੰ ਪੂਰੀ ਬਿਜਲੀ ਨਹੀਂ ਮਿਲ ਰਹੀ, ਦੂਜੇ ਪਾਸੇ ਲੰਬੇ ਬਿਜਲੀ ਕੱਟਾਂ ਕਰਕੇ ਆਮ ਲੋਕ ਸੜਕਾਂ ਦੇ ਉੱਤੇ ਧਰਨੇ ਦੇਣ ਵਾਸਤੇ ਮਜਬੂਰ ਨੇ। ਡਾਕਟਰ ਚੀਮਾ ਨੇ ਕਿਹਾ ਕਿ ਹਸਪਤਾਲਾਂ ਵਿੱਚ ਬਿਜਲੀ ਕੱਟਾਂ ਕਰਕੇ ਮਰੀਜ਼ ਤੜਫ ਰਹੇ ਨੇ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਨਾਲ ਸ਼ਾਹੀ ਲੰਚ ਕਰ ਰਹੇ ਨੇ। ਬਹੁਤ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਜਨਤਾ ਇਸ ਵੇਲੇ ਬਿਜਲੀ ਕਰਕੇ ਤਰ੍ਹਾਂ ਕਰ ਰਹੀ ਹੈ। ਝੋਨੇ ਦੀ ਲਵਾਈ ਹੋ ਰਹੀ ਹੈ, ਕਿਸਾਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਕਿਉਂਕਿ ਬਿਜਲੀ ਨਹੀਂ। ਘਰਾਂ ਦੇ ਵਿੱਚ ਸਾਰੇ ਦਿਨ ਦੇ ਜਿਹੜੇ ਕੱਟ ਲੱਗ ਰਹੇ ਆ ਔਰ ਲੋਕੀ ਜਿਹੜੇ ਆ ਰਾਤਾਂ ਨੂੰ ਸੜਕਾਂ ਦੇ ਉੱਤੇ ਧਰਨੇ ਦੇਣ ਵਾਸਤੇ ਜਿਹੜੇ ਆ ਉਹ ਮਜਬੂਰ ਹੈ। ਹਸਪਤਾਲਾਂ ਦੇ ਵਿੱਚ ਬਿਜਲੀ ਕਰਕੇ ਜਿਹੜੇ ਆ ਮਰੀਜ਼ ਜਿਹੜੇ ਆ ਉਹ ਤੜਫਾ ਰਹੇ। ਪਰ ਮੁੱਖ ਮੰਤਰੀ ਸਾਹਿਬ ਆਪਣੇ ਐਮਐਲਏ ਦੇ ਨਾਲ ਸ਼ਾਹੀ ਲੰਚ ਕਰ ਰਹੇ ਆ ਔਰ ਬਾਕੀ ਇਹਨਾਂ ਦੀ ਲੀਡਰਸ਼ਿਪ ਜਿਹੜੀ ਹੈ
ਉਹ ਦਿੱਲੀ ਦੇ ਵਿੱਚ ਮੀਟਿੰਗਾਂ ਕਰਕੇ ਤੇ ਦੂਜੀਆਂ ਪਾਰਟੀਆਂ ਦੇ ਖਿਲਾਫ ਸਾਜ਼ਿਸ਼ਾਂ ਘੜਨ ਦੇ ਵਿੱਚ ਬਿਜ਼ੀ ਹੈ। ਕੱਲ੍ਹ ਇਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਹਲਕੇ ਦੇ ਵਿੱਚ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਸਾਹਮਣੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਕੁਝ ਥਾਵਾਂ 'ਤੇ ਅੱਜ ਕੀਤੇ ਜਾ ਰਹੇ ਆ, ਕੁਝ 'ਤੇ ਕੱਲ੍ਹ ਹੋਏ ਆ। ਜਿੱਥੇ ਰਹਿ ਗਏ ਆ ਉੱਥੇ ਸਾਰੇ ਹਲਕਿਆਂ ਦੇ ਵਿੱਚ ਕੱਲ੍ਹ 11 ਤੋਂ ਲੈ ਕੇ 11 ਵਜੇ ਸਾਰੇ ਬਿਜਲੀ ਬੋਰਡ ਦੇ ਦਫ਼ਤਰਾਂ ਦੇ ਸਾਹਮਣੇ ਰੋਸ ਮੁਜ਼ਾਹਰੇ ਜਿਹੜੇ ਆ ਉਹ ਕੀਤੇ ਜਾਣਗੇ, ਤਾਂ ਜੋ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਦੇ ਬੋੜੇ ਕੰਨਾਂ ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਕੇਸਰੀ ਨਿਸ਼ਾਨ ਲਹਿਰਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਨੂੰ ਅੱਜ ਜ਼ਮਾਨਤ ਮਿਲ ਗਈ ਹੈ। ਦਿੱਲੀ ਦੀ ਅਦਾਲਤ ਵੱਲੋਂ ਉਹਨਾਂ ਨੂੰ ਅਗਾਊਂ ਜ਼ਮਾਨਤ 20 ਜੁਲਾਈ ਤੱਕ ਦਿੱਤੀ ਗਈ ਹੈ। ਜੁਗਰਾਜ ਸਿੰਘ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਸੀ। ਪਿਛਲੇ ਦਿਨੀ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਦਿੱਲੀ ਪੁਲਿਸ ਨੇ ਉਸ ਦੇ ਸਿਰ 1 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਦਲ ਖਾਲਸਾ ਦੇ ਸਕੱਤਰ ਜਨਰਲ ਕਮਰਪਾਲ ਸਿੰਘ ਨੇ ਕਿਹਾ ਕਿ ਜੁਗਰਾਜ ਸਿੰਘ ਦੀ ਅਗਾਊਂ ਜ਼ਮਾਨਤ ਲਈ ਦਲ ਖਾਲਸਾ ਵੱਲੋਂ ਚਾਰਾਜੋਈ ਕੀਤੀ ਜਾ ਰਹੀ ਸੀ। ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਨੇ ਬਿਜਲੀ ਵਿਭਾਗ ਤੋਂ ਮੁਹਾਲੀ ਦਾ ਰੋਕਿਆ ਹੋਇਆ 5 ਕਰੋੜ ਰੁਪਈਆ ਅੱਜ ਨਗਰ ਨਿਗਮ ਨੂੰ ਦਿਵਾਇਆ। ਇਹ ਬਹੁਤ ਵੱਡਾ ਉਪਰਾਲਾ ਹੈ ਤੇ ਸਿਹਤ ਮੰਤਰੀ ਇਸ ਸੰਬੰਧੀ ਨਿੱਜੀ ਤੌਰ ਤੇ ਇਸ ਮਸਲੇ ਦੇ ਹੱਲ ਵਾਸਤੇ ਲੱਗੇ ਹੋਏ ਸਨ। ਸਿਹਤ ਮੰਤਰੀ ਨੇ 2 ਫੌਗਿੰਗ ਮਸ਼ੀਨਾਂ ਵੀ ਜਾਰੀ ਕੀਤੀਆਂ, ਜਿਨ੍ਹਾਂ ਵਿੱਚੋਂ ਇੱਕ ਮੁਹਾਲੀ ਨਗਰ ਨਿਗਮ ਨੂੰ ਦਿੱਤੀ ਗਈ ਹੈ, ਜਦਕਿ ਦੂਜੀ ਪਿੰਡਾਂ ਵਾਸਤੇ ਦਿੱਤੀ ਗਈ ਹੈ। ਦੂਜੇ ਪਾਸੇ ਬਲਵੀਰ ਸਿੰਘ ਸਿੱਧੂ ਨੇ ਬਿਜਲੀ ਨੂੰ ਲੈ ਕੇ ਰਾਹਤ ਦੇ ਸੰਕੇਤ ਦਿੱਤੇ ਨੇ। ਉਹਨਾਂ ਕਿਹਾ ਕਿ ਛੇਤੀ ਹੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਨੂੰ ਲੈ ਕੇ ਕੋਈ ਚੰਗੀ ਸੂਚਨਾ ਸੁਣਨ ਨੂੰ ਮਿਲੇਗੀ। ਬਹੁਤ ਹੀ ਸਤਿਕਾਰਯੋਗ ਸਾਰੇ ਮੇਰੇ ਪੱਤਰਕਾਰ ਵੀਰੋ ਤੇ ਖਾਸ ਕਰਕੇ ਮੇਅਰ ਸਾਹਿਬ ਤੇ ਡਿਪਟੀ ਮੇਅਰ ਸਾਹਿਬ, ਡਿਪਟੀ ਮੇਅਰ ਸਾਹਿਬ ਤੇ ਸਾਡੇ ਕਮਿਸ਼ਨਰ ਸਾਹਿਬ ਤੇ ਹੋਰ ਸਾਰੇ ਪਤਵੰਤੇ ਸੱਜਣਾਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਬੜੀ ਖੁਸ਼ਖਬਰੀ ਹੈ ਕਿ ਵੀ ਬਹੁਤ ਲੰਬੇ ਸਮੇਂ ਤੋਂ ਜਿਹੜੀ ਪਾਵਰ ਟਰਾਈ ਸੀਗੀ, ਜਿਹੜਾ ਬਿਜਲੀ ਉੱਤੇ ਮਿਊਨਿਸਪਲ ਟੈਕਸ ਲੱਗਦਾ ਸੀਗਾ, ਸਾਡੇ ਪਹਿਲਾਂ ਵਾਲੇ ਸੱਜਣਾਂ ਨੇ ਕਦੇ ਅੱਜ ਤੱਕ ਉਹਨੂੰ ਲੈਣ ਦਾ ਉਪਰਾਲਾ ਨਹੀਂ ਕੀਤਾ। ਔਰ ਅਸੀਂ ਅੱਜ ਤੁਹਾਨੂੰ ਇਸ ਗੱਲ ਦੀ ਖੁਸ਼ਖਬਰੀ ਦੇਣੀ ਚਾਹੁੰਦੇ ਹਾਂ ਕਿ 5 ਕਰੋੜ ਰੁਪਈਆ ਪਹਿਲੀ ਕਿਸ਼ਤ ਜਿਹੜੀ ਇੰਸਟਾਲਮੈਂਟ ਹੈ ਉਹ ਆ ਗਈ ਸਾਡੀ ਕਾਰਪੋਰੇਸ਼ਨ ਨੂੰ, ਤੇ ਉਹਨਾਂ ਜਿੰਨੇ ਪੈਸੇ ਸਾਡੇ ਹੈਗੇ ਨੇ ਉਹ 5-5 ਕਰੋੜ ਦੀਆਂ ਕਿਸ਼ਤਾਂ ਨਾਲ ਸਾਰੇ ਪੈਸੇ ਸਾਨੂੰ 1 ਮਹੀਨੇ ਜਾਂ 1.5 ਮਹੀਨੇ ਸਾਨੂੰ ਪੈਸੇ ਆ ਜਾਣਗੇ, ਤਾਂ ਕਿ ਜਿਹੜਾ ਲੰਬੇ ਸਮੇਂ ਤੋਂ ਰੁਕਿਆ ਹੋਇਆ ਪੈਸਾ ਸੀ ਜਿਹਦੇ ਨਾਲ ਅਸੀਂ ਸ਼ਹਿਰੀ ਡਿਵੈਲਪਮੈਂਟ ਕਰਨੀ ਸੀ ਉਹ ਪੈਸਾ ਸਾਡੇ ਕੋਲ ਆਏਗਾ। ਤਾਂ ਉਹਦੇ ਨਾਲ ਬਕਾਇਦਾ ਇੱਕ ਬਹੁਤ ਵੱਡੀ ਡਿਵੈਲਪਮੈਂਟ ਜਿਹੜੀ ਹੈ ਸ਼ਹਿਰ ਦੀ ਹੋਏਗੀ। ਤੇ ਦੂਜੀ ਗੱਲ ਇਹ ਸੀ ਕਿ ਬਕਾਇਦਾ ਸਾਡੀ ਉੱਥੇ CM ਆਫਿਸ ਦੇ ਵਿੱਚ ਮੀਟਿੰਗ ਹੋਈ। ਉਸ ਮੀਟਿੰਗ ਨੇ ਬਹੁਤ ਵੱਡਾ ਜਿਹੜਾ ਫੈਸਲਾ ਲਿਆ ਹੈਗਾ ਕਿ ਜਿੰਨਾ ਪੈਸਾ ਮੋਹਾਲੀ ਦੀ ਮੇਨਟੇਨੈਂਸ ਦੇ ਉੱਤੇ ਜਿੰਨਾ ਵੀ ਐਕਸਪੈਂਡੀਚਰ ਹੋਏਗਾ ਉਹਦਾ ਸਾਰਾ ਯਾਨੀ 25% ਜਿਹੜਾ ਆਮ ਸਹਿਮਤੀ ਨਾਲ ਫੈਸਲਾ ਹੋਇਆ ਉਹ 25% ਜਿਹੜਾ ਹੈਗਾ ਉਹ ਕਮਾਡਾ ਫੇਰ ਕਰੂਗੀ ਹਰ ਸਾਲ। ਜੇ ਅਸੀਂ ਸਮਝ ਲਓ ਵੀ 100 ਕਰੋੜ ਖਰਚ ਕਰਦੇ ਹਾਂ ਤਾਂ 25 ਕਰੋੜ ਦੇਣਾ, ਜੇ ਅਸੀਂ 200 ਕਰੋੜ ਖਰਚ ਕਰਾਂਗੇ ਤਾਂ 50 ਕਰੋੜ ਰੁਪਈਆ ਉਹਨਾਂ ਨੇ ਸਾਨੂੰ ਦੇਣਾ ਹੈ। ਇਹ ਸਾਨੂੰ ਇੱਕ ਬਹੁਤ ਵੱਡੀ ਯਾਨੀ ਕਿ ਇੱਕ SOP ਜਾਂ ਪ੍ਰੋਟੋਕੋਲ ਬਣ ਜਾਣਾ ਜਿਹੜਾ ਕਿ ਰੈਗੂਲਰ ਹੋਏਗਾ, ਜਿਹੜਾ ਸਾਨੂੰ ਹਰ ਵਾਰ ਜਾ ਕੇ ਉੱਥੇ ਮਿੰਨਤਾਂ ਕਰਨੀਆਂ ਪੈਂਦੀਆਂ ਨੇ ਵੀ ਸਾਨੂੰ ਪੈਸੇ ਦਿਓ ਜੀ। ਲੇਕਿਨ ਇਹ ਬੜੀ ਵੱਡੀ ਅਚੀਵਮੈਂਟ ਇਸ ਨਵੀਂ ਜਿਹੜੀ ਚੁਣੀ ਬੋਡੀ ਹੈ ਇਹਦੀ ਹੈਗੀ ਆ, ਜਿਹੜੀ ਤੁਹਾਨੂੰ ਮੈਂ ਤੁਹਾਡਾ ਸਾਂਝੀ ਕਰਨੀ ਚਾਹੁੰਦਾ। ਦੂਜੀ ਗੱਲ, ਬੜੇ ਲੰਬੇ ਸਮੇਂ ਤੋਂ ਸਾਡੀ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ, ਸਾਡੇ ਸ਼ਹਿਰ ਨੂੰ ਵਧੀਆ ਬਣਾਉਣ ਵਾਸਤੇ ਕੁਛ ਏਰੀਏ ਸਲਮ ਏਰੀਏ ਬਣਦੇ ਜਾ ਰਹੇ ਸੀ। ਉਹਨਾਂ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਏਰੀਆ ਨੂੰ ਅਸੀਂ ਕਾਰਪੋਰੇਸ਼ਨ ਸ਼ਾਮਲ ਕੀਤਾ ਹੈ। ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਵਿਖੇ ਇੱਕ ਸਿੱਖ ਦੁਕਾਨਦਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੇ ਵਿੱਚ 2 ਲੋਕਾਂ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ, ਜਦਕਿ 10 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਜਾਣਕਾਰੀ ਸਾਂਝੀ ਕਰਦਿਆਂ ਹਰਿੰਦਰ ਸਿੰਘ ਨੇ ਕਿਹਾ ਕਿ ਜਲਾਲਾਬਾਦ ਸ਼ਹਿਰ ਦੀ ਮਾਰਕੀਟ ਦੇ ਵਿੱਚ ਸਤਪਾਲ ਸਿੰਘ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਦੁਕਾਨ ਦੇ ਮਾਲਕ ਤੇ ਉੱਥੇ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 25 ਮਾਰਚ 2020 ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੁਰਾਣੇ ਸ਼ਹਿਰ ਵਿਚਲੇ ਸ਼ੋਰ ਬਾਜ਼ਾਰ ਦੇ ਗੁਰਦੁਆਰਾ ਗੁਰੂ ਹਰ ਰਾਏ ਸਾਹਿਬ ਵਿਖੇ
ਹੋਏ ਆਤਮਘਾਤੀ ਅੱਤਵਾਦੀ ਹਮਲੇ ਦੇ ਵਿੱਚ 25 ਸਿੱਖ ਮਾਰੇ ਗਏ ਸਨ। ਉਧਰ ਨਿਰਦੋਸ਼ ਅਫਗਾਨੀ ਸਿੱਖਾਂ ਨੂੰ ਲਗਾਤਾਰ ਨਿਸ਼ਾਨਾ ਬਣਾਏ ਜਾਣ ਦੇ ਮਾਮਲੇ ਵਿੱਚ ਸਖਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਪਾਕਿਸਤਾਨ ਦੇ ਸਿੱਖ ਆਗੂਆਂ ਨੇ ਅਫਗਾਨਿਸਤਾਨ ਸਰਕਾਰ ਦੇ ਅੱਗੇ ਸਿੱਖ ਭਾਈਚਾਰੇ ਦੀ ਸੁਰੱਖਿਆ ਦੀ ਮੰਗ ਕੀਤੀ ਹੈ। बड़ी बारी ऐसियां घटनावां वापरदियां जिहदे नाल सिख कौम का बहुत वड्डा जिथे नुकसान होंदा है उत्थे सिख कौम की पीड़ा जिहड़ी है बहुत वध जाती है। पिछले समय दौरान भी काबल विच भी हमले होए, गुरुद्वारियां च भी हमले होए, पाकिस्तान विच भी होए, अज भी अफगानिस्तान दे विच जिहड़ा निशाना बना के सिखां दे उत्ते ग्रनेड चलाया गया, उन्हां बहुत वड्डा नुकसान होया। और क्योंकि मीडिया राही सानूं पता लगा कि काफ़ी जड़िए फट्टड़ भी होए है तो जाना भी गई। ये बड़ी दर्दनाक घटना जिथे मैं अफसोस ज़ाहिर करदी हैं, परिवारों के नाल दुख की सांझ करदी हैं, उत्थे मैं भारत सरकार नूं ये बेनती करांगी कि कई बार असीं लिख चुके हैं कि इहो जिहियां घटनावां बार बार जे वापरदियां इहदा मतलब कि साडे विच भी कोई कमी है कि असीं उन्हां नूं ताड़ना नहीं करते। दूजे देशों के विच भी जां दूजे स्टेटां विच भी जदों इहो जी गल हुंदी है तो सिख कौम नूं ही किद्दां निशाना बनाया जाता। अज भी जे अफगानिस्तान दे विच सिखां नूं निशाना बनाया गया तो भारत सरकार नूं, प्रधानमंत्री जी नूं मैं निमरता सहित बेनती करांगी कि वो तुरंत एक्शन लैण, उस सरकार दे नाल गल करन ते जो उत्थे एड्डी वड्डी घटना वापरी है वो सारी जिहड़ी घटना है उहदा की बनाया सरकार ने, किद्दां सजावां दित्तियां, की दोषी फड़े गए, उन्हां दोषियों नूं तुरंत जिहड़ा फड़िया जावे ते वो सजावां जिहड़े सिखां दी जानी माल की जिहड़ी रखिया वो यकीनी बनाई जाए। बस यही साडी मंग है। बार बार सानूं कहना पैंदा है, बार बार सानूं बेनतियां करनियां पैंदियां, पर पता नहीं की गल है कि कोई सरकार नूं जां ते भारत सरकार वालों जां ताड़ना नहीं दित्ती गई जां भारत सरकार कोई अणगहली कर जाती है। मैं फिर भी अपने मानयोग प्रधानमंत्री जी नूं बेनती करांगी कि तुरंत इसका एक्शन लैण ते जिहड़े बाहर वास्ते सिख है उन्हां दी जो चिंता बनी हुई है वो चिंता नूं हल करन ते ये जिहड़ी बहुत वड्डी घटना वापरी है इहदे नाल हमदर्दी भी परिवार नाल करन ते उन्हां दी जिहड़ी तकलीफ है उन्हूं हल करन दे भी यतन करन वास्ते उन्हां सरकारां नूं लिखण। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਮੁੜ ਖੇਤੀ ਕਾਨੂੰਨਾਂ ਵਿੱਚ ਬਦਲਾਅ ਕਰਨ ਬਾਰੇ ਆਪਣੀ ਗੱਲ ਦੁਹਰਾਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨ ਯੂਨੀਅਨਾਂ ਨੂੰ ਕਿਹਾ ਕਿ ਸਰਕਾਰ ਕਾਨੂੰਨਾਂ ਨੂੰ ਰੱਦ ਕਰਨ ਤੋਂ ਇਲਾਵਾ ਖੇਤੀ ਕਾਨੂੰਨਾਂ ਦੀਆਂ ਵਿਵਸਥਾਵਾਂ ਦੇ ਉੱਤੇ ਵਿਚਾਰ ਵਟਾਂਦਰੇ ਲਈ ਤਿਆਰ ਹੈ। ਕਿਸਾਨ ਜਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਹੱਦਾਂ ਦੇ ਉੱਤੇ ਅੰਦੋਲਨ ਕਰ ਰਹੀਆਂ ਨੇ। ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਨੇ। कृषि सुधार बिल किसानों के जीवन स्तर में क्रांतिकारी परिवर्तन लाने वाले हैं। इन कृषि सुधार कानूनों को लाने से पहले 20 साल तक देश के अनेक कृषि विद्वानों ने एक्सरसाइज किए। राज्य सरकार और केंद्र सरकार ने अपने अपने समय में इस दिशा में प्रयत्न किए हैं। परिणाम स्वरूप मोदी जी के नेतृत्व में एक कृषि सुधार बिल आए हैं। देश के अधिकांश क्षेत्र, अधिकांश यूनियन और अधिकांश किसान इन बिलों के समर्थन में हैं। जिन लोगों को आपत्ति है उनसे सरकार ने कई दौर की वार्ता की है। हमने किसान यूनियन के लोगों को कहा है रिपील के अतिरिक्त कोई भी प्रस्ताव आपका हो तो भारत सरकार चर्चा करने के लिए तैयार है। ਇਹ ਸੀ ਅਜੀਤ ਖਬਰਾਂ ਦਾ ਵਿਸ਼ੇਸ਼ ਬੁਲੇਟਿਨ। ਤਾਜ਼ਾ ਤਰੀਨ ਤੇ ਨਵੀਆਂ ਨਕੋਰ ਖਬਰਾਂ ਲੈ ਕੇ ਦੋਸਤੋ ਅਸੀਂ ਕੱਲ੍ਹ ਨੂੰ ਇਸੇ ਵਕਤ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ TV। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।